ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ 'ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ ਨੰਬਰ 2 ਲਿਮਿਟ। ਲੈਕਚਰ 1 ਦੇ ਵਿੱਚ ਅਸੀਂ ਪੜ੍ਹਿਆ ਬੇਸਿਕ ਇੰਟਰੋਡਕਸ਼ਨ ਆਫ ਲਿਮਿਟ। ਚੈਪਟਰ ਸਾਡਾ ਹੈ ਲਿਮਿਟ ਐਂਡ ਕੰਟੀਨਿਊਟੀ। ਕੈਲਕੂਲਸ ਅਸੀਂ ਸਟਾਰਟ ਕਰ ਦਿੱਤਾ ਸੀ ਰਾਜੇ। ਕੈਲਕੂਲਸ ਦਾ ਪੂਰਾ ਪੋਰਸ਼ਨ ਜੋ ਹੈ ਸਾਡੇ ਮਾਸਟਰ ਕੈਡਰ ਸਿਲੇਬਸ ਦਾ, ਉਹ ਅਸੀਂ ਹੁਣ ਕੰਪਲੀਟ ਕਰਾਂਗੇ ਲਗਾਤਾਰ। ਅਤੇ ਲੈਕਚਰ 2 ਦੇ ਵਿੱਚ ਅਸੀਂ ਪੜ੍ਹਾਂਗੇ ਰੂਲਸ, ਜਿਨ੍ਹਾਂ ਨਾਲ ਅਸੀਂ ਲਿਮਿਟ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਰੂਲ 1 ਕੀ ਹੈ ਸਾਡੇ ਕੋਲ? ਕਹਿੰਦੇ ਜੇ ਸਾਨੂੰ ਇਸ ਤਰ੍ਹਾਂ ਲਿਮਿਟ ਦੇ ਰੱਖੀ ਹੈ x ਅਪਰੋਚਿਸ ਟੂ a f ਆਫ x, ਅਤੇ f ਆਫ x ਸਾਨੂੰ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ? ਫੰਕਸ਼ਨ ਨੂੰ। ਫੰਕਸ਼ਨ ਸਾਡੇ ਕੋਲ ਕੀ ਹੋ ਸਕਦਾ ਰਾਜੇ? ਜਾਂ ਤਾਂ ਫਿਰ ਮੋਡੂਲਸ ਹੋ ਸਕਦਾ ਹੈ, ਗ੍ਰੇਟੈਸਟ ਇੰਟੀਜਰ ਫੰਕਸ਼ਨ ਹੋ ਸਕਦਾ ਹੈ, ਜਾਂ ਫਿਰ ਬ੍ਰੇਕਅਪ ਫੰਕਸ਼ਨ ਹੋ ਸਕਦਾ ਹੈ। ਤਾਂ ਉਸ ਕੇਸ ਦੇ ਵਿੱਚ ਸਾਡਾ ਰੂਲ 1 ਕੀ ਕਹਿੰਦਾ? ਤੁਸੀਂ ਹਮੇਸ਼ਾ ਫਾਈਂਡ ਆਊਟ ਕਰਨਾ ਹੈ ਲੈਫਟ ਹੈਂਡ ਲਿਮਿਟ ਨੂੰ ਅਤੇ ਰਾਈਟ ਹੈਂਡ ਲਿਮਿਟ ਨੂੰ। ਜਦੋਂ ਅਸੀਂ ਲੈਫਟ ਹੈਂਡ ਲਿਮਿਟ ਅਤੇ ਰਾਈਟ ਹੈਂਡ ਲਿਮਿਟ ਨੂੰ ਫਾਈਂਡ ਆਊਟ ਕਰ ਲਿਆ, ਅਤੇ ਜੇ ਤਾਂ ਦੋਨੇ ਇਕੁਅਲ ਆ ਰਹੀਆਂ ਨੇ ਤਾਂ ਅਸੀਂ ਕਹਾਂਗੇ ਕਿ ਸਾਡੀ ਲਿਮਿਟ ਐਗਜ਼ਿਸਟ ਕਰਦੀ ਹੈ। ਅਤੇ ਜੇ ਸਾਡੀ ਲੈਫਟ ਹੈਂਡ ਲਿਮਿਟ ਅਤੇ ਰਾਈਟ ਹੈਂਡ ਲਿਮਿਟ ਬਰਾਬਰ ਨਹੀਂ ਆ ਰਹੀ ਤਾਂ ਅਸੀਂ ਕਹਾਂਗੇ ਲਿਮਿਟ ਜਿਹੜੀ ਹੈ ਉਹ ਐਗਜ਼ਿਸਟ ਨਹੀਂ ਕਰਦੀ। ਇਹ ਤਾਂ ਬੜਾ ਬੇਸਿਕ ਜਿਹਾ ਰੂਲ ਹੈ, ਰੂਲ ਨੰਬਰ 1। ਲੇਕਿਨ ਅਜੇ ਮੈਕਸੀਮਮ ਕੁਐਸਚਨ ਜਿਹੜੇ ਨੇ ਸਾਨੂੰ ਉਹ ਰੂਲ 1 ਦੇ ਵਿੱਚੋਂ ਹੀ ਦੇਖਣ ਨੂੰ ਮਿਲਦੇ ਨੇ। ਮੈਕਸੀਮਮ ਕੁਐਸਚਨ ਸਾਡੇ ਮੋਡੂਲਸ ਫੰਕਸ਼ਨ, ਗ੍ਰੇਟੈਸਟ ਇੰਟੀਜਰ ਫੰਕਸ਼ਨ ਜਾਂ ਫਿਰ ਬ੍ਰੇਕਅਪ ਫੰਕਸ਼ਨ, ਇਹਨਾਂ ਦੇ ਵਿੱਚੋਂ ਹੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਵੈਰੀ ਇੰਪੋਰਟੈਂਟ ਹੈ ਮੋਡੂਲਸ ਫੰਕਸ਼ਨ, ਗ੍ਰੇਟੈਸਟ ਇੰਟੀਜਰ ਫੰਕਸ਼ਨ ਅਤੇ ਬ੍ਰੇਕਅਪ ਫੰਕਸ਼ਨ ਦੇ ਲਿਮਿਟ ਦਾ ਕੁਐਸਚਨ। ਠੀਕ ਹੈ ਜੀ। ਤਾਂ ਐਗਜ਼ਾਮਪਲ 1 ਹੈ ਸਾਡੇ ਕੋਲ ਟਾਈਪ 1। ਟਾਈਪ 1 ਦੀ ਜਿਹੜੀ ਹੈ ਜਿਹਦੇ ਵਿੱਚ ਅਸੀਂ ਮੋਡੂਲਸ ਬਾਰੇ ਪੜ੍ਹ ਰਹੇ ਹਾਂ, ਇਹਨੂੰ ਅਸੀਂ ਟਾਈਪ 1 ਕਿਹਾ, ਇਹਨੂੰ ਅਸੀਂ ਟਾਈਪ 2 ਦੇ ਫੰਕਸ਼ਨ ਕਿਹਾ, ਅਤੇ ਇਹਨੂੰ ਅਸੀਂ ਟਾਈਪ 3 ਦਾ ਫੰਕਸ਼ਨ ਕਿਹਾ। ਤਾਂ ਟਾਈਪ 1 ਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਰੂਲ 1 ਦੇ ਅਕੋਰਡਿੰਗ ਕਿ ਜੇ ਸਾਡੇ ਕੋਲ ਫੰਕਸ਼ਨ ਦਿੱਤਾ ਹੋਵੇ ਮੋਡੂਲਸ, ਤਾਂ ਕੁਐਸਚਨ ਕੀ ਹੈ? ਕਹਿੰਦੇ ਲਿਮਿਟ ਫਾਈਂਡ ਆਊਟ ਕਰੋ x ਅਪਰੋਚਿਸ ਟੂ 0 x ਅਪੋਨ ਮੋਡੂਲਸ ਆਫ x। ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਅਸੀਂ ਫਾਈਂਡ ਆਊਟ ਕਰਾਂਗੇ ਲੈਫਟ ਹੈਂਡ ਲਿਮਿਟ। ਲੈਫਟ ਹੈਂਡ ਲਿਮਿਟ ਨੂੰ ਜਦੋਂ ਅਸੀਂ ਫਾਈਂਡ ਆਊਟ ਕਰਨਾ ਰਾਜੇ, ਤਾਂ ਅਸੀਂ ਇਸ ਨੂੰ ਲਿਖਦੇ ਹਾਂ ਲਿਮਿਟ x ਅਪਰੋਚਿਸ ਟੂ 0 ਨੈਗੇਟਿਵ ਦੇ ਨਾਲ x ਅਪੋਨ x ਮੋਡੂਲਸ। ਤਾਂ x ਨੈਗੇਟਿਵ ਜਿਹੜਾ ਹੈ ਮੈਂ ਦੱਸਿਆ ਸੀ ਲਾਸਟ ਲੈਕਚਰ ਦੇ ਵਿੱਚ, ਉਹ ਰਿਪਰੈਜ਼ੈਂਟ ਕਰਦਾ ਹੈ ਲੈਫਟ ਹੈਂਡ ਲਿਮਿਟ ਨੂੰ। ਇਹਦਾ ਹੋਰ ਕੋਈ ਕੰਮ ਨਹੀਂ ਹੈ ਰਾਜੇ। ਨੈਗੇਟਿਵ ਸਾਈਨ ਜਿਹੜਾ ਇੱਕ ਸਿੰਬਲ ਦਾ ਕੰਮ ਕਰਦਾ ਲੈਫਟ ਹੈਂਡ ਲਿਮਿਟ ਨੂੰ ਰਿਪਰੈਜ਼ੈਂਟ ਕਰਨ ਲਈ। ਅਤੇ ਜਦੋਂ ਅਸੀਂ ਲੈਫਟ ਹੈਂਡ ਲਿਮਿਟ ਦੇ ਫਾਈਂਡ ਆਊਟ ਕਰ ਰਹੇ ਹਾਂ ਤਾਂ ਰਾਜੇ ਸਾਨੂੰ ਇੱਕ ਚੀਜ਼ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਨੰਬਰ ਲਾਈਨ ਦੇ ਉੱਤੇ ਅਗਰ ਅਸੀਂ ਇਹਨੂੰ ਰਿਪਰੈਜ਼ੈਂਟ ਕਰੀਏ, ਇਹ ਆਪਣੇ ਕੋਲ a ਹੈ, a ਦੀ ਵੈਲਿਊ ਇਸ ਕੇਸ ਦੇ ਵਿੱਚ ਸਾਡੇ ਕੋਲ ਦੇ ਰੱਖੀ ਹੈ 0। ਤਾਂ ਜਿਹੜਾ ਸਾਡਾ x ਹੈ ਉਹ 0 ਵੱਲ ਅਪਰੋਚ ਕਰ ਰਿਹਾ ਫਰੋਮ ਲੈਫਟ ਹੈਂਡ ਸਾਈਡ ਤੋਂ, ਹੈ ਨਾ। ਤਾਂ ਇਹਨੂੰ ਅਸੀਂ ਬੋਲਦੇ ਹਾਂ ਲੈਫਟ ਹੈਂਡ ਲਿਮਿਟ। ਜਦੋਂ x ਜਿਹੜਾ ਹੈ ਅਪਰੋਚ ਕਰੂਗਾ 0 ਵੱਲ, ਤਾਂ ਅਸੀਂ ਉੱਥੇ 0 ਨੈਗੇਟਿਵ ਨਾਲ ਰਿਪਰੈਜ਼ੈਂਟ ਕਰਾਂਗੇ ਲੈਫਟ ਹੈਂਡ ਲਿਮਿਟ ਨੂੰ। ਇਸ ਤੋਂ ਇਲਾਵਾ ਇਹਦਾ ਕੋਈ ਹੋਰ ਮਤਲਬ ਨਹੀਂ ਹੈ ਸਾਡੇ ਕੋਲ। ਤਾਂ ਸਭ ਤੋਂ ਪਹਿਲਾਂ ਅਸੀਂ ਲਿਖ ਲਿਆ ਲਿਮਿਟ x ਅਪਰੋਚਿਸ ਟੂ 0 ਨੈਗੇਟਿਵ x ਅਪੋਨ x ਬਾਰ। ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਸਟੈਪ ਹੋਵੇਗਾ, ਅਸੀਂ ਪੁੱਟ ਕਰਾਂਗੇ x ਦੀ ਜਗ੍ਹਾ 'ਤੇ a ਮਾਈਨਸ h ਨੂੰ। a ਸਾਡੇ ਕੋਲ ਇੱਥੇ ਹੈ 0, ਤਾਂ x ਦੀ ਵੈਲਿਊ ਸਾਡੇ ਕੋਲ ਆ ਜਾਊ 0 ਮਾਈਨਸ h। ਜਦੋਂ ਅਸੀਂ 0 ਮਾਈਨਸ h ਪੁੱਟ ਕਰਾਂਗੇ, x ਨੂੰ ਪੁੱਟ ਕਰਾਂਗੇ a ਮਾਈਨਸ h, ਤਾਂ ਇਸ ਕੇਸ ਦੇ ਵਿੱਚ ਸਾਡੀ ਲਿਮਿਟ ਵੀ ਚੇਂਜ ਹੋਵੇਗੀ। ਇਹ ਤਾਂ ਅਸੀਂ ਵੈਲਿਊ ਸਬਸਟੀਟਿਊਟ ਕੀਤੀ ਹੈ x ਦੀ। ਹੁਣ ਜੇ ਅਗਰ ਗੱਲ ਕਰੀਏ ਲਿਮਿਟ ਦੀ, ਤਾਂ ਲਿਮਿਟ ਦੇ ਕੇਸ 'ਚ ਜਦੋਂ x ਅਪਰੋਚ ਕਰੂਗਾ ਰਾਜੇ ਕਿਸ ਨੂੰ? a ਨੂੰ। a ਸਾਡੇ ਕੋਲ ਕਿੰਨਾ ਹੈ? 0। ਤਾਂ ਜਦੋਂ x 0 ਵੱਲ ਵਧੂਗਾ ਤਾਂ h ਵੀ ਸਾਡਾ ਕੀ ਹੋ ਜਾਊਗਾ? 0 ਹੀ ਹੋ ਜਾਊਗਾ। ਇਹ ਤਾਂ ਜਰਾ ਜੇ 0 'ਤੇ ਰੱਖਿਆ। ਸਪੋਜ਼ ਸਾਡੇ ਕੋਲ ਇੱਦਾਂ ਦਾ ਕੁਐਸਚਨ ਹੁੰਦਾ ਕਿ ਲਿਮਿਟ x ਅਪਰੋਚਿਸ ਟੂ 2 x ਅਪੋਨ x ਦਾ ਮੋਡੂਲਸ। ਮੰਨ ਲਓ ਇੱਦਾਂ ਦਾ ਕੁਐਸਚਨ ਹੈ, ਅਤੇ ਜਦੋਂ ਅਸੀਂ ਲੈਫਟ ਹੈਂਡ ਲਿਮਿਟ ਕੱਢਾਂਗੇ, ਅਸੀਂ x ਨੂੰ ਪੁੱਟ ਕਰਾਂਗੇ 2 ਮਾਈਨਸ h, ਅਤੇ ਸਾਡੇ ਕੋਲ ਰਾਜੇ ਜਿਹੜੀ ਲਿਮਿਟ ਹੋਵੇਗੀ x ਅਪਰੋਚ ਕਰੂਗਾ ਜਦੋਂ 2 ਨੂੰ, ਤਾਂ h ਜਿਹੜਾ ਹੈ ਉਹ ਅਪਰੋਚ ਕਰੂਗਾ 0 ਨੂੰ। ਕਿਉਂ ਇੱਦਾਂ ਕਿਉਂ ਹੋਇਆ ਰਾਜੇ? ਦੇਖੋ x ਜਿਹੜਾ ਹੈ ਉਹ 2 ਦੇ ਵੱਲ ਵੱਧ ਰਿਹਾ, ਅਤੇ ਜਦੋਂ ਉਹ 2 ਦੇ ਵੱਲ ਵੱਧ ਰਿਹਾ ਉਹਦੇ ਨਜ਼ਦੀਕ ਪਹੁੰਚ ਗਿਆ, ਮਤਲਬ ਉਹਦੇ ਬਰਾਬਰ ਹੋਣ ਜਾ ਰਿਹਾ ਹੈ। ਉਸ ਕੇਸ ਦੇ ਵਿੱਚ ਜਦੋਂ h ਦੀ ਵੈਲਿਊ ਅਸੀਂ ਫਾਈਂਡ ਆਊਟ ਕਰਾਂਗੇ, ਇਸ ਕੇਸ ਦੇ ਵਿੱਚ ਮੰਨ ਲਓ x ਜਿਹੜਾ 2 ਹੋ ਗਿਆ, ਤਾਂ ਅਸੀਂ ਇੱਥੇ ਕੀ ਭਰਾਂਗੇ? 2 ਭਰ ਦਾਂਗੇ। ਤਾਂ ਹੁਣ ਸਾਡੇ ਕੋਲ z ਦੀ ਵੈਲਿਊ ਕਿੰਨੀ ਆ ਜੂਗੀ? 0 ਆ ਜੂਗੀ। ਕਹਿਣ ਦਾ ਮਤਲਬ ਜਦੋਂ x 2 ਨੂੰ ਅਪਰੋਚ ਕਰੇਗਾ, ਜਦੋਂ x ਜਿਹੜਾ 2 ਦੇ ਬਰਾਬਰ ਹੋਣ ਵਾਲਾ ਹੀ ਹੋਵੇਗਾ ਜਾਂ ਉਹਦੇ ਨੇੜੇ ਪਹੁੰਚ ਜਾਵੇਗਾ, ਤਾਂ h ਦੀ ਸਾਡੇ ਲਈ ਕੋਈ ਯੂਜ਼ ਨਹੀਂ ਰਹੇਗਾ। h ਸਾਡਾ ਕੀ ਹੋ ਜਾਏਗਾ? 0 ਹੋ ਜਾਏਗਾ, ਕਿਉਂਕਿ ਸਾਡੇ ਕੋਲ ਡਿਫਰੈਂਸ ਹੀ ਨਹੀਂ ਬਚੂਗਾ ਰਾਜੇ। ਆਹ ਦੇਖੋ, ਇਹ ਆਪਣੇ ਕੋਲ ਕੀ ਹੈ? a ਹੈ। ਇਹ ਆਪਣੇ ਕੋਲ ਮੰਨ ਲਓ 2 ਦੇ ਰੱਖਿਆ, ਇਹ x ਜਿਹੜਾ 2 ਵੱਲ ਵੱਧ ਰਿਹਾ। ਹੁਣ ਜਦੋਂ ਆਪਣਾ ਜਿਹੜਾ ਡਿਫਰੈਂਸ ਹੈ, ਇਹ ਡਿਫਰੈਂਸ ਜਿਹੜਾ ਹੈ ਉਹ h ਹੈ। ਇਹ ਡਿਫਰੈਂਸ ਹੀ ਜੇ ਆਪਣਾ ਖਤਮ ਹੋ ਗਿਆ ਤਾਂ h ਦੀ ਵੈਲਿਊ ਕੀ ਆ ਜੂਗੀ? ਅਪਰੋਚ ਕਰ ਜੂਗੀ 0 ਨੂੰ ਅਪਰੋਚ ਕਰ ਦਊਗੀ। ਤਾਂ ਇਹ ਆਪਣੇ ਕੋਲ ਦੋ ਜਿਹੜੀਆਂ ਕੰਡੀਸ਼ਨਸ ਆ ਗਈਆਂ, ਦੋ ਆਪਣੇ ਕੋਲ ਰਿਜ਼ਲਟਸ ਆ ਗਏ। ਜਦੋਂ x 0 ਨੂੰ ਅਪਰੋਚ ਕਰਦਾ, h ਵੀ 0 ਨੂੰ ਅਪਰੋਚ ਕਰੂਗਾ। ਇਹ ਸਾਰੀ ਵੈਲਿਊਜ਼ ਅਸੀਂ ਇੱਥੇ ਸਬਸਟੀਟਿਊਟ ਕੀਤੀਆਂ, ਤਾਂ ਸਾਡੇ ਕੋਲ ਰਾਜੇ ਲੈਫਟ ਹੈਂਡ ਲਿਮਿਟ ਦੀ ਵੈਲਿਊ ਕਿੰਨੀ ਆ ਗਈ? ਦੈਟ ਇਜ਼ ਲਿਮਿਟ h approaches to 0
एक्स की जगह ते असीं पुट करांगे 0 माइनस एच मॉडुलस ऑफ 0 माइनस एच, तो साडे कोल आ जाऊ राजे लिमिट एच अप्रोचिज टू 0 माइनस एच डिवाइडेड बाय माइनस एच का मॉडुलस। माइनस एच का मॉडुलस की हुंदा साडे कोल प्लस एच, तो कट कटा के कितना आ गया -1 आंसर आ गया। हुण तो सानू की है 2-3 स्टैप लग रहे हैं, लेकिन जिमें जिमें मैं थोनों क्लीयर कर दूंगा सारा कंसैप्ट, तो मैं राजे एक या 2 स्टैप्स दे विच भी आंसर कढ़ना शुरू कर दूंगा, क्योंकि एग्जाम दे विच असी सारा सारियां गल्लां दस्सण नहीं बैठ जानियां, ये तो तुहाडे समझाउण वास्ते ही है। हुण असी लैफ्ट हैंड लिमिट साडी बराबर आ गई -1 दी। अगर गल करिए राइट हैंड लिमिट की, तो राइट हैंड लिमिट नूं फाइंड आउट करांगे राजे लिमिट एक्स अप्रोचिज टू 0 पॉजिटिव एक्स अपॉन मॉड ऑफ एक्स दे। इत्थे जिहड़ा पॉजिटिव साइन है ये रिप्रजेंट कर रहा है भी जिहड़ा एक्स है वो अप्रोच कर रहा ए नूं फ्रॉम राइट हैंड साइड, ये आपां रिप्रजेंट करते हैं इनू प्लस दे नाल राइट हैंड लिमिट नूं भी एक्स जिहड़ा राइट साइड तो 0 वाल दे वाल वधदा आ रहा। इस केस दे विच असीं सपोज करांगे एक्स नूं 0 प्लस एच दे इक्वल, तो राजे अपने को जो एक्स अप्रोच करूगा 0 नूं उही गल आ गई एच भी अप्रोच करूगा 0 नूं अप्रोच करूगा, क्योंकि जो एक्स आपदे टारगेट ते पहुँच गया तो उत्थे एच की तो फिर कोई अहमियत ही नहीं रहेगी। हुण जे आपां करांगे वैल्यू सबसीट्यूट करांगे एक्स की वैल्यू असीं सपोज की है 0 प्लस एच, तो जो असीं एक्स की वैल्यू सबसीट्यूट करांगे तो एच अप्रोच करूगा 0 नूं, इत्थे आ जो 0 प्लस एच डिवाइडेड बाय मॉडुलस ऑफ 0 प्लस एच दे इक्वल। ये आ जो रजे साडे कोल लिमिट एच अप्रोचिज टू 0 एच अपॉन मॉड ऑफ प्लस एच साडे कोल एच के बराबर ही हुंदा विच इज़ इक्वल टू 1 दे आ गया। तो तुसीं देखोगे साडी जिहड़ी लैफ्ट हैंड लिमिट है वो काहदे बराबर आई सी, वो बराबर आई सी -1 दे इक्वल, तो जिहड़ी राइट हैंड लिमिट है रजे वो साडे कोल बराबर आई है 1 दे। तो इत्थों लैफ्ट हैंड लिमिट साडी बराबर नहीं हैगी राइट हैंड लिमिट दे, तो आपां कहांगे लिमिट एक्स अप्रोचिज टू 0 एक्स अपॉन एक्स मॉड डज नॉट एग्जिस्ट नहीं करती लिमिट, क्योंकि लैफ्ट हैंड साइड तो राइट हैंड साइड इक्वल नहीं आईयां। बड़े ही ईजी क्वेश्चन ने रजे, थोनों पेपर दे विच इस तरह के क्वेश्चन ही पूछे जाते हैं जिन्होंने असी ईजिली सॉल्व कर सकते हैं, पर सानू पता होना चाहिए है। बहुत उलझन हो जाती है मॉडुलस के कंसैप्ट के विच, ग्रेटेस्ट इंटीजर के कंसैप्ट के विच, ते साडे कोल ब्रेकअप फंक्शन के कंसैप्ट के विच। तां आपां भर के जिहड़ा बाल्टी क्वेश्चनों की जिहड़ी प्रैक्टिस करांगे रजे, संडे टैसट होना उहदे विच बड़े ही इंपॉर्टेंट क्वेश्चन मैं तुहानूं जिहड़ा पाऊँगा। तो ये जिहड़ी वीडियो होने वाली है बड़ी ही जिहड़ी इंपॉर्टेंट होने वाली है, तो एंड तक जिहड़ा सारा कंसैप्ट समझना है। ये तो असीं साडी टाइप 1, हुण देखते हैं टाइप 2 की है। टाइप 2 है साडे कोल जदों साडा फंक्शन जिहड़ा है वो सानूं दिता होवे ग्रेटेस्ट इंटीजर फंक्शन एफ एक्स साडे कोल इत्थे दे रखिया रहे जे ग्रेटेस्ट इंटीजर ऑफ एक्स। तो सब तो पहला समझ लेना कि ग्रेटेस्ट इंटीजर की जिहड़ी वैल्यू फाइंड आउट किवें करदे आ। फंक्शन अगर आपां नूं ग्रेटेस्ट इंटीजर आ जाए उहदी लिमिट किवें फाइंड आउट करदे आ वो भी असीं सिखांगे, लेकिन उस तो पहला सीख लईए भी अगर साडे कोल ग्रेटेस्ट इंटीजर होवे तो उहदी वैल्यू किवें फाइंड आउट करदे आ। हुण सानूं कह देण 2.5 ग्रेटेस्ट इंटीजर की वैल्यू फाइंड आउट करो, तो नंबर लाइन के उपर सब तो पहला तुसीं की करना है 2.5 नूं ड्रॉ कर लेना। ये अपने कोल 0 है सपोज, ये 1 है, ये 2 है, तो इत्थे जे साडा 2.5 जिहड़ा लाइक करेगा। ग्रेटेस्ट इंटीजर फंक्शन का काम हुंदा रहे जे अपने तो छोटे इंटीजर नूं इंटीजर नूं फाइंड आउट करना। 2.5 तो जिहड़ा छोटा इंटीजर अपने कोल वो कितना है 2 दे रखा है। इस तरह हुण आपां अगर गल करिए -1 की, तो -1 तो छोटा हमेशा लैफ्ट हैंड साइड वाल मूव करना हुंदा खब्बे पासे, तो -1 तो जिहड़ा छोटा इंटीजर है वो अपने कोल कितना आऊगा -2 आऊगा। तो ग्रेटेस्ट इंटीजर फंक्शन ऑफ -1 वो अपने कोल कितना आ गया -2 आ गया। -3 की गल करिए ग्रेटेस्ट इंटीजर कितना होगा -3 का, वो अपने कोल कितना होगा -4। 7.5 तो इत्थे जे अपने कोल 7 है, इत्थे जे 7.5 है, तो 7.5 का ग्रेटेस्ट इंटीजर की होगा वो होगा 7। उस तो जस्ट एक घट इंटीजर जिहड़ा होएगा आंसर होएगा 7.23। इत्थे जे लाई करेगा 7.23, उस तो पहला जिहड़ा साडे कोल इंटीजर आउंदा डैट इज़ आल्सो 7। गल करिए 9.1 की, अपने कोल 9 है, तो इत्थे जे 9.1 है, तो लैफ्ट हैंड साइड तो मूव करना होंदा है 9.1 तो अगर लैफ्ट हैंड साइड वाल चलना शुरू करांगे तो सब तो पहला साडे कोल क्या आएगा 9 आएगा, इंटीजर 9 आएगा। तो इस तरह जिहड़ा असीं ग्रेटेस्ट इंटीजर फंक्शन फाइंड आउट कर सकते हैं। हुण असीं देखते हैं कि लिमिट दे विच अगर आपां नूं ग्रेटेस्ट इंटीजर फंक्शन दिता होवे उसनूं किस तरह फाइंड आउट करना है। फंक्शन सानू दे रखा ग्रेटेस्ट इंटीजर ऑफ एक्स, ए की वैल्यू दे रखी है 2, तो असी लिमिट फाइंड आउट करनी है एक्स अप्रोचिज टू 2 ग्रेटेस्ट इंटीजर ऑफ एक्स की। तो रजे इस तरह के क्वेश्चन वास्ते
ਅਸੀਂ ਰੂਲ 1 ਬਣਾਇਆ ਸੀਗਾ। ਰੂਲ 1 ਸੀ ਕਿ ਸਭ ਤੋਂ ਪਹਿਲਾਂ ਲੈਫਟ ਹੈਂਡ ਲਿਮਿਟ ਫਾਈਂਡ ਆਊਟ ਕਰੋ, ਫਿਰ ਰਾਈਟ ਹੈਂਡ ਲਿਮਿਟ ਫਾਈਂਡ ਆਊਟ ਕਰੋ, ਫਿਰ ਦੇਖੋ ਦੋਨੇ ਇਕੁਅਲ ਨੇ ਜਾਂ ਨਹੀਂ। ਲੈਫਟ ਹੈਂਡ ਲਿਮਿਟ ਫਾਈਂਡ ਆਊਟ ਕਰਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ x ਅਪਰੋਚਿਸ ਟੂ 2 ਨੈਗੇਟਿਵ ਗ੍ਰੇਟੈਸਟ ਇੰਟੀਜਰ ਆਫ x ਦੇ ਨਾਲ। ਹੁਣ ਅਗਰ ਗੱਲ ਕਰੀਏ ਰਾਜੇ, ਇਹ ਸਟੈਪ ਜਿਹੜਾ ਹੈ ਬਾਰ-ਬਾਰ ਲਿਖਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਜਸਟ ਇਹ ਰਿਪਰੈਜ਼ੈਂਟੇਸ਼ਨ ਲਈ ਯੂਜ਼ ਕੀਤਾ ਜਾਂਦਾ। ਜਿਹੜਾ ਮੇਨ ਸਟੈਪ ਹੈ ਉਹ ਇਹ ਹੈ ਕਿ ਪੁੱਟ x ਇਜ਼ ਇਕੁਅਲ ਟੂ a ਮਾਈਨਸ h। ਇਹ ਆਪਣੇ ਕੋਲ ਕਿੰਨਾ 2 ਅਤੇ ਮਾਈਨਸ h। ਲੈਫਟ ਹੈਂਡ ਲਿਮਿਟ ਵੇਲੇ ਅਸੀਂ x ਦੀ ਜਗ੍ਹਾ 'ਤੇ ਪੁੱਟ ਕਰਾਂਗੇ a ਮਾਈਨਸ h। ਤਾਂ ਸਾਡੇ ਕੋਲ ਲਿਮਿਟ x ਅਪਰੋਚਿਸ ਟੂ 2 ਨੈਗੇਟਿਵ x ਦਾ ਗ੍ਰੇਟੈਸਟ ਇੰਟੀਜਰ ਬਰਾਬਰ ਆ ਜੂ। ਹੁਣ ਆਪਣੇ ਕੋਲ ਜਦੋਂ ਰਾਜੇ x ਅਪਰੋਚ ਕਰ ਰਿਹਾ 2 ਵੱਲ, ਮਤਲਬ a ਵੱਲ, ਤਾਂ h ਜਿਹੜਾ ਹੈ ਉਹ ਅਪਰੋਚ ਕਰੂਗਾ 0 ਨੂੰ, ਕਿਉਂਕਿ ਜਦੋਂ x a ਕੋਲ ਪਹੁੰਚ ਗਿਆ ਜੋ ਕਿ ਉਹਦਾ ਟਾਰਗੇਟ ਹੈ, ਤਾਂ h ਦੀ ਵੈਲਿਊ ਤਾਂ ਖਤਮ ਹੋ ਜੂ, ਡਿਫਰੈਂਸ ਤਾਂ ਖਤਮ ਹੋ ਜੂ। ਤਾਂ ਇਹਦਾ ਮਤਲਬ ਲਿਮਿਟ ਕੀ ਆ ਜੂ ਸਾਡੇ ਕੋਲ h ਅਪਰੋਚਿਸ ਟੂ 0, ਅਤੇ ਫੰਕਸ਼ਨ x ਦੀ ਜਗ੍ਹਾ 'ਤੇ ਅਸੀਂ ਕੀ ਪੁੱਟ ਕਰਾਂਗੇ, ਉਹ ਪੁੱਟ ਕਰਾਂਗੇ 2 ਮਾਈਨਸ h। ਇਹ ਆਪਣੇ ਕੋਲ ਆ ਗਿਆ ਲੈਫਟ ਹੈਂਡ ਸਾਈਡ। ਤਾਂ ਪੇਪਰ ਦੇ ਵਿੱਚ ਅਸੀਂ ਕੀ ਕਰਨਾ ਹੈ, ਇਹ ਪੇਪਰ ਦੇ ਵਿੱਚ ਅਸੀਂ ਆਹ ਸਾਰਾ ਕੁਛ ਜਿਹੜਾ ਨਹੀਂ ਲਿਖਣਾ, ਡਾਇਰੈਕਟ ਜਿਹੜਾ ਹੈ ਸਾਨੂੰ ਵੈਲਿਊ ਪਤਾ ਹੋਣੀ ਚਾਹੀਦੀ ਹੈ ਵੀ ਏ ਦੀ ਵੈਲਿਊ ਕਿੰਨੀ ਹੈ, ਫੰਕਸ਼ਨ ਕੀ ਹੈ, ਅਤੇ ਅਸੀਂ x ਦੀ ਜਗ੍ਹਾ 'ਤੇ ਕੀ ਸਬਸਟੀਟਿਊਟ ਕਰਨਾ ਹੈ, ਡਾਇਰੈਕਟ ਪੁੱਟ ਕਰਨਾ ਹੈ। ਤਾਂ ਪਹਿਲਾ ਸਟੈਪ ਹੀ ਅਸੀਂ ਇੱਥੋਂ ਸ਼ੁਰੂ ਕਰਨਾ ਹੈ, ਉਹ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਸੀਗਾ। ਨੈਕਸਟ ਰਾਜੇ ਸਾਨੂੰ ਹੁਣ 2 ਮਾਈਨਸ h ਦੇ ਗ੍ਰੇਟੈਸਟ ਇੰਟੀਜਰ ਦੀ ਗੱਲ ਕਰੀਏ। h ਆਪਣੇ ਕੋਲ ਵੈਲਿਊ ਜਿਹੜੀ ਹੈਗੀ ਵੈਰੀ ਸਮੋਲ ਵੈਲਿਊ ਹੈ, ਵੈਰੀ ਸਮੋਲ ਵੈਲਿਊ ਹੈ। ਇਸੇ ਕਰਕੇ ਰਾਜੇ ਜਦੋਂ ਅਸੀਂ 2 ਦੇ ਵਿੱਚ ਕੁਛ ਮਾਈਨਸ ਕਰਾਂਗੇ, ਕੁਝ ਵੀ ਮਾਈਨਸ ਕਰਾਂਗੇ, ਸਪੋਜ਼ 0.99998 ਅਗਰ ਮਾਈਨਸ ਕਰਾਂਗੇ ਤਾਂ 2 ਮਾਈਨਸ 0.998 ਉਹ ਸਮਥਿੰਗ 1 ਪੁਆਇੰਟ ਸਮਥਿੰਗ ਆ ਜਾਊਗਾ ਆਪਣੇ ਕੋਲ। ਤਾਂ ਇਹਦਾ ਮਤਲਬ ਜਿਹੜੀ ਵੈਲਿਊ ਆ ਗਈ ਆਪਣੇ ਕੋਲ ਉਹ ਕਿੰਨੀ ਆ ਗਈ, 1 ਪੁਆਇੰਟ ਸਮਥਿੰਗ ਆ ਗਈ। 2 ਦੇ ਵਿੱਚ ਜਦੋਂ h ਮਾਈਨਸ ਕੀਤਾ ਤਾਂ ਆਪਣੇ ਕੋਲ ਵੈਲਿਊ ਕਿੰਨੀ ਆ ਜੂ, 1 ਪੁਆਇੰਟ ਸਮਥਿੰਗ ਆ ਜੂ। ਉਹਦਾ ਗ੍ਰੇਟੈਸਟ ਇੰਟੀਜਰ ਫਾਈਂਡ ਆਊਟ ਕਰਨਾ ਹੈ। ਇਹ ਆਪਣੇ ਕੋਲ 0 ਹੈ, ਇਹ ਆਪਣੇ ਕੋਲ 1 ਹੈ, ਇਹ ਆਪਣੇ ਕੋਲ 1 ਪੁਆਇੰਟ ਸਮਥਿੰਗ ਵੈਲਿਊ ਜਿਹੜੀ ਅਸੀਂ 2 ਦੇ ਵਿੱਚੋਂ h ਮਾਈਨਸ ਕਰਕੇ ਆਈ ਸੀ। ਤਾਂ ਇਹਦਾ ਗ੍ਰੇਟੈਸਟ ਇੰਟੀਜਰ ਕੀ ਹੋਊਗਾ, ਅਸੀਂ ਲੈਫਟ ਹੈਂਡ ਸਾਈਡ ਵੱਲ ਮੂਵ ਕਰਾਂਗੇ। ਲੈਫਟ ਹੈਂਡ ਸਾਈਡ ਵੱਲ ਜਿਹੜਾ ਸਾਡੇ ਕੋਲ ਇੰਟੀਜਰ ਆਊਗਾ ਉਹੀ ਕੀ ਹੋਊਗੀ, ਇਹਦੀ ਵੈਲਿਊ ਹੋਊਗੀ। ਤਾਂ ਇਹਦਾ ਮਤਲਬ 2 ਮਾਈਨਸ h ਜਿਹੜਾ ਹੈ ਉਹਦੀ ਵੈਲਿਊ ਕਿੰਨੀ ਆ ਜੂਗੀ, 1 ਆ ਜੂਗੀ। ਸਿਮਿਲਰਲੀ ਅਸੀਂ ਜਦੋਂ ਰਾਈਟ ਹੈਂਡ ਸਾਈਡ ਲਿਮਿਟ ਫਾਈਂਡ ਆਊਟ ਕਰਾਂਗੇ RHL, ਤਾਂ ਉਸ ਕੇਸ ਦੇ ਵਿੱਚ ਅਸੀਂ ਇਹਨੂੰ ਰਿਪਰੈਜ਼ੈਂਟ ਕਰਾਂਗੇ ਲਿਮਿਟ x ਅਪਰੋਚਿਸ ਟੂ 2 ਪੋਜ਼ੀਟਿਵ ਗ੍ਰੇਟੈਸਟ ਇੰਟੀਜਰ ਆਫ x। ਤਾਂ ਰਾਜੇ ਉਹ ਬਰਾਬਰ ਕਿਹਦੇ ਹੋਏਗਾ, ਰੱਬ ਕਰਦਾ ਮੈਂ, ਤਾਂ ਉਹ ਬਰਾਬਰ ਹੋਊਗਾ ਸਾਡੇ ਕੋਲ ਲਿਮਿਟ, ਕਿਉਂਕਿ h ਅਪਰੋਚ ਕਰੂਗਾ 0 ਨੂੰ ਜਦੋਂ x ਅਪਰੋਚ ਕਰੂਗਾ 2 ਨੂੰ। ਤਾਂ ਇੱਥੇ ਰਾਜੇ ਅਸੀਂ ਸਬਸਟੀਟਿਊਟ ਕਰਾਂਗੇ x ਨੂੰ 2 ਪਲੱਸ h ਦੇ ਨਾਲ। ਹੁਣ ਇਸ ਕੇਸ ਦੇ ਵਿੱਚ ਅਸੀਂ 2 ਪਲੱਸ h ਦਾ ਗ੍ਰੇਟੈਸਟ ਇੰਟੀਜਰ ਫੰਕਸ਼ਨ ਪਤਾ ਕਰਨਾ ਹੈ। ਹੁਣ ਤੁਸੀਂ 2 ਪਲੱਸ ਸਮਥਿੰਗ ਕਰੋਗੇ ਤਾਂ ਉਹ ਵੈਲਿਊ ਆ ਜੂ 2 ਪੁਆਇੰਟ ਕੁਛ ਵੀ। ਮੈਂ ਕਹਿਣ ਦਾ ਮਤਲਬ ਅਗਰ 2 ਪਲੱਸ 0.99998 ਕੁਛ ਐਡ ਕਰੋਗੇ ਤਾਂ ਉਹ ਵੈਲਿਊ ਕਿੰਨੀ ਆ ਜੂ, 2.99998 ਆ ਜੂ, ਪਰ ਉਹ 3 ਨਹੀਂ ਹੋਊਗੀ, ਉਹ 2.99998 ਹੋਊਗੀ। ਹੁਣ ਦੇਖਦੇ ਹਾਂ ਅਸੀਂ 2.99998 ਇਸ ਵੈਲਿਊ ਦਾ। ਆ ਜਿਹੜੀ h ਦੀ ਵੈਲਿਊ ਮੈਂ ਲਿਖਦਾ ਨਾ, ਇਹ ਆਪਣੇ ਕੋਲ ਸਪੋਜ਼ ਹੀ ਕੀਤੀ ਹੈ, ਮੈਂ ਸਪੋਜ਼ ਕੀਤੀ ਹੈ। ਤੁਸੀਂ ਸਪੋਜ਼ ਕਰੋ ਇੱਥੇ 0.8881 ਕੁਛ ਵੀ ਲਿਖ ਸਕਦੇ ਹੋ। ਕਹਿਣ ਦਾ ਮਤਲਬ ਰਾਜੇ h ਜਿਹੜਾ ਹੈ ਉਹ ਬਹੁਤ ਸਮੋਲ ਹੈ। ਜਦੋਂ 2 ਦੇ ਵਿੱਚ ਅਸੀਂ ਸਮੋਲ ਵੈਲਿਊ ਐਡ ਕਰਾਂਗੇ ਤਾਂ ਉਹ ਆਪਣੇ ਕੋਲ 2 ਪੁਆਇੰਟ ਸਮਥਿੰਗ ਹੀ ਰਹੂਗੀ, ਉਹ 3 ਨਹੀਂ ਬਣੂਗੀ। ਤਾਂ ਜਦੋਂ ਅਸੀਂ 2 ਪੁਆਇੰਟ ਸਮਥਿੰਗ ਦਾ ਗ੍ਰੇਟੈਸਟ ਇੰਟੀਜਰ ਪਤਾ ਕਰਾਂਗੇ ਤਾਂ ਉਹ ਕਿੰਨਾ ਆਊ, ਉਹ ਅਸੀਂ ਨੰਬਰ ਲਾਈਨ 'ਤੇ ਸਮਝਦੇ ਹਾਂ। ਆ ਆਪਣੇ ਕੋਲ 0 ਹੈ, ਆ 1 ਹੈ, ਇਹ 2 ਹੈ, ਅਤੇ ਇਹ ਆਪਣੇ ਕੋਲ 3 ਹੈ। ਹੁਣ ਜਿਹੜੀ ਆਪਣੇ ਕੋਲ ਆਹ ਵੈਲਿਊ ਆਊਗੀ ਜਦੋਂ 2 ਪਲੱਸ h ਕੀਤਾ ਤਾਂ ਉਹ ਇੱਥੇ ਜੇ ਲਾਈ ਕਰੂਗੀ 3 ਦੇ ਬਿਲਕੁਲ ਨਜ਼ਦੀਕ, ਲੇਕਿਨ 3 ਨਹੀਂ ਹੋਊਗੀ। ਤਾਂ ਇਸ ਵੈਲਿਊ ਦਾ ਗ੍ਰੇਟੈਸਟ ਇੰਟੀਜਰ ਫਾਈਂਡ ਆਊਟ ਕਰਨਾ ਤਾਂ ਅਸੀਂ ਲੈਫਟ ਵੱਲ ਮੂਵ ਕਰਾਂਗੇ। ਤਾਂ ਲੈਫਟ ਵੱਲ ਸਭ ਤੋਂ ਪਹਿਲਾਂ ਇੰਟੀਜਰ ਸਾਡੇ ਕੋਲ ਕਿੰਨਾ ਆ ਰਿਹਾ, 2 ਆ ਰਿਹਾ। ਇਹਦਾ ਮਤਲਬ 2 ਪਲੱਸ h ਦੀ ਜਿਹੜੀ ਗ੍ਰੇਟੈਸਟ ਇੰਟੀਜਰ ਦੀ ਵੈਲਿਊ ਹੈ ਉਹ ਆਪਣੇ ਕੋਲ ਕਿੰਨੀ ਆ ਗਈ, 2 ਆ ਗਈ। ਲਿਮਿਟ h ਅਪਰੋਚਿਸ ਟੂ 0, 2 ਪਲੱਸ h ਗ੍ਰੇਟੈਸਟ ਇੰਟੀਜਰ ਇਜ਼ ਇਕੁਅਲ ਟੂ ਕਿਹਦੇ ਆ ਗਿਆ, 2 ਆ ਗਿਆ। ਅਤੇ ਅਸੀਂ ਲੈਫਟ ਹੈਂਡ ਲਿਮਿਟ ਫਾਈਂਡ ਆਊਟ ਕੀਤੀ ਸੀ, ਉਹ ਕਿਹਦੇ ਇਕੁਅਲ ਸੀ, 1 ਦੇ, ਅਤੇ ਰਾਈਟ ਹੈਂਡ ਲਿਮਿਟ ਕਿਹਦੇ ਇਕੁਅਲ ਆ ਗਈ, 2 ਦੇ। ਤਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਵੀ ਲੈਫਟ ਹੈਂਡ ਲਿਮਿਟ ਜਿਹੜੀ ਆ ਉਹ ਬਰਾਬਰ ਨਹੀਂ ਹੈਗੀ ਰਾਈਟ ਹੈਂਡ ਲਿਮਿਟ ਦੇ। ਇਸੇ ਕਰਕੇ ਸਾਡੀ ਜਿਹੜੀ ਲਿਮਿਟ ਹੈ, ਗਿਵਨ ਕੁਐਸਚਨ ਸਾਨੂੰ ਕੀ ਸੀਗਾ, ਲਿਮਿਟ x ਅਪਰੋਚਿਸ ਟੂ 2, ਲਿਮਿਟ x ਅਪਰੋਚਿਸ ਟੂ 2 x ਦਾ ਗ੍ਰੇਟੈਸਟ ਇੰਟੀਜਰ ਫੰਕਸ਼ਨ ਡਜ਼ ਨਾਟ ਐਗਜ਼ਿਸਟ। ਤਾਂ ਇਸੇ ਤਰ੍ਹਾਂ ਅਸੀਂ ਗ੍ਰੇਟੈਸਟ ਇੰਟੀਜਰ ਦੇ ਕੁਐਸਚਨ ਵੀ ਸੋਲਵ ਕਰ ਸਕਦੇ ਹਾਂ। ਅਸੀਂ ਕਰ ਰਹੇ ਹਾਂ ਰੂਲ ਨੰਬਰ 1, ਜਿਸ ਦੇ ਵਿੱਚ ਅਸੀਂ ਕਿਹਾ ਕਿ ਜੇ ਸਾਡੇ ਕੋਲ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੋਵੇ, ਮੋਡੂਲਸ ਫੰਕਸ਼ਨ ਹੋਵੇ ਜਾਂ ਫਿਰ ਬ੍ਰੇਕਅਪ ਫੰਕਸ਼ਨ ਹੋਵੇ, ਤਾਂ ਅਸੀਂ ਸਭ ਤੋਂ ਪਹਿਲਾਂ ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਲਿਮਿਟ ਦੀ ਪਤਾ ਕਰਾਂਗੇ। ਹੁਣ ਸਾਡੇ ਕੋਲ ਟਾਈਪ 3 ਹੈ ਜੋ ਕਿ ਬ੍ਰੇਕਅਪ ਫੰਕਸ਼ਨ ਹੈ। ਐਗਜ਼ਾਮਪਲ ਆ ਸਾਡੇ ਕੋਲ ਕਹਿੰਦੇ ਫਾਈਂਡ ਲਿਮਿਟ x ਅਪਰੋਚਿਸ ਟੂ 1 f ਆਫ x।
ਤਾਂ ਇਹ ਸਾਡੇ ਕੋਲ ਬ੍ਰੇਕਅਪ ਫੰਕਸ਼ਨ ਹੈ ਜਿਸ 'ਚ ਬ੍ਰੇਕ ਕੀਤਾ ਗਿਆ x ਦੀ ਵੈਲਿਊ ਦੇ ਉੱਪਰ ਫੰਕਸ਼ਨ ਨੂੰ। ਤਾਂ ਤੁਹਾਡੇ ਕੋਲ ਦੋ ਫੰਕਸ਼ਨ ਨੇ, x ਦੀ ਵੈਲਿਊ ਜਦੋਂ ਹੋਵੇਗੀ 0 ਤੋਂ ਵੱਡੀ ਤੇ 1 ਤੋਂ ਛੋਟੀ ਤੇ ਜਾਂ ਬਰਾਬਰ ਤਾਂ ਸਾਡੇ ਕੋਲ ਫੰਕਸ਼ਨ ਹੋਵੇਗਾ 5x - 4। ਜਦੋਂ x ਦੀ ਵੈਲਿਊ ਜਿਹੜੀ ਹੈ ਲੈਸ ਦੈਨ 1 ਹੋਵੇ ਗ੍ਰੇਟਰ ਦੈਨ 1 ਹੋਵੇਗੀ ਤੇ ਲੈਸ ਦੈਨ ਹੋਵੇਗੀ 2 ਦੇ ਤਾਂ ਆਪਣੇ ਕੋਲ ਫੰਕਸ਼ਨ ਹੋਵੇਗਾ 4x³ - 3x ਦੇ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਫਾਈਂਡ ਆਊਟ ਕਰਾਂਗੇ ਲੈਫਟ ਹੈਂਡ ਲਿਮਿਟ ਨੂੰ। ਲੈਫਟ ਹੈਂਡ ਲਿਮਿਟ ਨੂੰ ਫਾਈਂਡ ਆਊਟ ਕਰਨ ਵਾਸਤੇ ਅਸੀਂ ਲਿਖਦੇ ਹਾਂ ਲਿਮਿਟ x ਅਪਰੋਚਿਸ ਟੂ 1 ਨੈਗੇਟਿਵ f of x। ਹੁਣ ਦੇਖੋ ਰਾਜੇ ਇੱਥੇ ਅਸੀਂ 1 ਮਾਈਨਸ ਜਿਹੜਾ ਨੈਗੇਟਿਵ ਦਾ ਸਿੰਬਲ ਹੈ ਇਹਨੂੰ ਯੂਜ਼ ਕੀਤਾ ਕਿਉਂਕਿ ਅਸੀਂ ਲੈਫਟ ਹੈਂਡ ਲਿਮਿਟ ਫਾਈਂਡ ਆਊਟ ਕਰ ਰਹੇ ਹਾਂ। 1 ਮਾਈਨਸ ਦਾ ਮਤਲਬ ਹੈ ਲਿਮਿਟ ਜਿਹੜੀ ਹੈ ਉਹ ਘੱਟ ਹੈ, ਆਪਾਂ ਅਪਰੋਚ ਕਰ ਰਹੇ ਹਾਂ। 1 ਮਾਈਨਸ ਦਾ ਕੀ ਮਤਲਬ ਹੈ, ਆਪਣੇ ਕੋਲ a ਸਪੋਜ਼ a ਦੀ ਵੈਲਿਊ ਹੈ ਜੋ ਕਿ 1 ਦੇ ਰੱਖੀ ਹੈ, x ਜਿਹੜਾ ਹੈ ਆਪਣੇ ਕੋਲ ਲੈਫਟ ਹੈਂਡ ਸਾਈਡ 'ਤੇ ਹੈ, x ਜਿਹੜਾ ਹੈ ਉਹ ਇੱਧਰੋਂ ਆ ਰਿਹਾ a ਦੇ ਵੱਲ। ਹੁਣ ਤੁਸੀਂ ਇੱਥੇ 1 ਹੈ ਆਪਣੇ ਕੋਲ ਹੈ ਨਾ, ਤਾਂ 1 ਤੋਂ ਛੋਟੀ ਵੈਲਿਊਜ਼ ਹੋਣਗੀਆਂ ਸਾਰੀਆਂ ਹੈ ਨਾ। 1 ਤੋਂ ਛੋਟੀ ਵੈਲਿਊਜ਼ ਕੀ ਹੋਗੀ, 0 ਹੋ ਸਕਦੀ ਹੈ, -1 ਹੋ ਸਕਦੀ ਹੈ, -2 ਹੋ ਸਕਦੀ ਹੈ। ਤਾਂ ਜਿੰਨੀ ਵੀ ਵੈਲਿਊਜ਼ ਨੇ ਆਪਣੀਆਂ ਉਹ 1 ਤੋਂ ਛੋਟੀਆਂ ਹੋਣਗੀਆਂ। ਤਾਂ ਆਪਾਂ ਕੀ ਕਵਾਂਗੇ, ਇੱਥੇ ਉਹ ਵੈਲਿਊਜ਼ ਆਉਣਗੀਆਂ ਜਿਹੜੀ ਵੈਲਿਊਜ਼ 0 ਤੇ 1 ਦੇ ਵਿਚਕਾਰ ਲਾਈ ਕਰਦੀਆਂ ਨੇ ਜਾਂ ਫਿਰ 1 ਤੋਂ ਛੋਟੀਆਂ ਵੈਲਿਊ ਨੇ। ਤਾਂ ਇਸ ਕੇਸ ਦੇ ਵਿੱਚ x ਦੀ ਜਿਹੜੀ ਵੈਲਿਊ ਹੈ 1 ਤੋਂ ਛੋਟੀ ਹੈ, ਉਦੋਂ ਆਪਣੇ ਕੋਲ ਫੰਕਸ਼ਨ f5x - 4 ਦੇ ਰੱਖਿਆ। ਤਾਂ ਆਪਾਂ ਕੀ ਕਰਾਂਗੇ, ਇੱਥੇ ਲੈਫਟ ਹੈਂਡ ਲਿਮਿਟ ਦੇ ਕੇਸ ਦੇ ਵਿੱਚ ਲਿਮਿਟ h ਟੈਂਡਸ ਟੂ 0। h ਟੈਂਡਸ ਟੂ 0 ਕਿਉਂ ਲਿਖਿਆ, ਕਿਉਂਕਿ ਜਦੋਂ x ਅਪਰੋਚ ਕਰੂਗਾ 1 ਨੂੰ, h ਅਪਰੋਚ ਕਰੂਗਾ 0 ਨੂੰ, ਕਿਉਂਕਿ ਡਿਫਰੈਂਸ ਜਿਹੜਾ ਘਟ ਜੂਗਾ। ਤੇ ਇਸ ਕੇਸ ਦੇ ਵਿੱਚ ਅਸੀਂ ਸਪੋਜ਼ ਕਰਾਂਗੇ ਲੈਟ x ਨੂੰ ਕੀ ਮੰਨ ਲਾਂਗੇ a - h। a ਦੀ ਵੈਲਿਊ ਆਪਾਂ ਨੂੰ 1 ਦੇ ਰੱਖੀ ਹੈ ਤਾਂ h ਨੂੰ ਸਬਟਰੈਕਟ ਕਰ ਦਾਂਗੇ 1 ਦੇ ਵਿੱਚੋਂ। ਤਾਂ ਫੰਕਸ਼ਨ ਆਪਣੇ ਕੋਲ ਕਿੰਨਾ ਆ ਜਾਊਗਾ ਰਾਜੇ, ਉਹ ਆ ਜੂ 5। x ਆਪਣੇ ਕੋਲ ਕਿੰਨਾ ਆ ਗਿਆ 1 - h - 4। ਕਿਉਂਕਿ ਇਸ ਕੇਸ ਦੇ ਵਿੱਚ ਜਦੋਂ ਲੈਫਟ ਹੈਂਡ ਲਿਮਿਟ ਫਾਈਂਡ ਆਊਟ ਕਰਾਂਗੇ ਅਸੀਂ 1 ਮਾਈਨਸ ਦੀ ਗੱਲ ਕਰ ਰਹੇ ਹਾਂ। 1 ਮਾਈਨਸ ਦਾ ਮਤਲਬ ਲੈਫਟ ਹੈਂਡ ਸਾਈਡ ਤੋਂ ਆ ਰਿਹਾ ਫੰਕਸ਼ਨ a ਦੇ ਵੱਲ। ਤਾਂ a ਦੇ ਵੱਲ ਅਗਰ ਲੈਫਟ ਹੈਂਡ ਸਾਈਡ ਤੋਂ ਆ ਰਿਹਾ ਤਾਂ 1 ਤੋਂ ਛੋਟੀ ਵੈਲਿਊ ਹੈ, ਤਾਂ 1 ਤੋਂ ਛੋਟੀ ਵੈਲਿਊ ਵਾਸਤੇ ਫੰਕਸ਼ਨ ਆਪਣੇ ਕੋਲ ਕੀ ਹੈ 5x - 4 ਦੇ ਰੱਖਿਆ। ਤਾਂ ਇੱਥੇ ਅਸੀਂ ਹੋਰ ਕੀ ਲਿਖ ਸਕਦੇ, ਲਿਮਿਟ x ਅਪਰੋਚਿਸ ਟੂ 1 ਨੈਗੇਟਿਵ 5x - 4। ਉਸ ਤੋਂ ਅਗਲਾ ਸਟੈਪ ਸਾਡੇ ਕੋਲ ਕੀ ਹੋਵੇਗਾ, x ਦੀ ਜਗ੍ਹਾ ਅਸੀਂ ਸਬਸਟੀਟਿਊਟ ਕਰ ਦਾਂਗੇ a - h ਯਾਨੀ ਕਿ 1 - h ਨੂੰ। ਅੰਦਰ ਹੁਣ ਕੀ ਕਰਾਂਗੇ ਨੇ, ਜੇ h ਨੂੰ 0 ਪੁੱਟ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜੂ 5, ਇੱਥੇ ਆ ਜੂ 1 - 4 ਤਾਂ ਆਨਸਰ ਕਿੰਨਾ ਆ ਗਿਆ ਸਾਡੇ ਕੋਲ 1 ਆ ਗਿਆ। ਇਹ ਆਪਣੇ ਕੋਲ ਲੈਫਟ ਹੈਂਡ ਲਿਮਿਟ ਆ ਗਈ। ਰਾਈਟ ਹੈਂਡ ਲਿਮਿਟ ਅਸੀਂ ਫਾਈਂਡ ਆਊਟ ਕਰਾਂਗੇ, ਉਸ ਦੇ ਵਿੱਚ x ਨੂੰ ਪੁੱਟ ਕਰਾਂਗੇ a + h ਜਾਂ ਫਿਰ ਆਪਾਂ ਕਹਿ ਸਕਦੇ ਹਾਂ 1 + h ਪੁੱਟ ਕਰਾਂਗੇ ਤੇ ਆਪਣੀ ਲਿਮਿਟ ਜਿਹੜੀ ਬਣ ਜੂ x ਅਪਰੋਚਿਸ ਟੂ 1 ਪੋਜ਼ਿਟਿਵ। ਫੰਕਸ਼ਨ ਜਿਹੜਾ ਆਊਗਾ ਰਾਜੇ ਉਹ ਕੀ ਆਊਗਾ, ਉਹ ਆਊਗਾ 1 + 1 + ਦਾ ਮਤਲਬ ਕੀ ਹੈ ਕਿ ਜਿਹੜਾ x ਹੈ ਉਹ ਅਪਰੋਚ ਕਰ ਰਿਹਾ a ਨੂੰ ਯਾਨੀ ਕਿ 1 ਨੂੰ ਫਰੋਮ ਦਾ ਰਾਈਟ ਹੈਂਡ ਸਾਈਡ। ਇੱਥੇ ਹੋਊਗਾ ਆਪਣਾ x ਤੇ ਅਪਰੋਚ ਕਰ ਰਿਹਾ ਉਹ 1 ਨੂੰ। ਇਹਦਾ ਮਤਲਬ ਹੈ ਵੀ ਜਿਹੜਾ ਫੰਕਸ਼ਨ ਹੈ ਉਹ ਆਪਣਾ ਕੀ ਹੋਵੇਗਾ 4x³ - 3x ਹੋਵੇਗਾ। ਕਿਉਂ, ਕਿਉਂਕਿ ਜਦੋਂ x ਦੀ ਵੈਲਿਊ ਜਿਹੜੀ ਹੈ ਆਪਣੀ ਉਹ ਕੀ ਹੈ ਗ੍ਰੇਟਰ ਦੈਨ, ਹੁਣ ਦੇਖੋ ਰਾਜੇ a ਆਪਣਾ a ਕਿੰਨਾ 1 ਤੇ x ਕਿੰਨਾ ਉਹ a ਵੱਲ ਆ ਰਿਹਾ ਫਰੋਮ ਰਾਈਟ ਹੈਂਡ ਸਾਈਡ। ਤੇ ਸਾਨੂੰ ਪਤਾ ਨੰਬਰ ਸਿਸਟਮ ਦੇ ਵਿੱਚ ਜਦੋਂ ਅਸੀਂ ਰਾਈਟ ਹੈਂਡ ਸਾਈਡ ਵੱਲ ਜਾਂਦੇ ਹਾਂ ਤਾਂ ਇਨਕਰੀਜ਼ ਹੁੰਦੀ ਹੈ ਵੈਲਿਊ ਹੈ ਨਾ। ਅਗਰ ਪੋਜ਼ੀਟਿਵ ਦੀ ਗੱਲ ਕਰੀਏ ਇਨਕਰੀਜ਼ ਹੁੰਦੀ ਹੈ। ਹੁਣ ਇੱਥੇ 1 ਹੈ, ਇੱਥੇ ਸਪੋਜ਼ ਆਪਣੇ ਕੋਲ ਸਮਥਿੰਗ ਹੋਊਗਾ 1.2 ਹੋਊਗਾ, ਇੱਦਾਂ ਵੈਲਿਊ ਜਿਹੜੀ ਹੈ ਇਨਕਰੀਜ਼ ਹੋ ਰਹੀ ਹੈ 1.3 ਹੋਊਗਾ। ਤਾਂ x ਜਿਹੜਾ ਹੈ ਉਹ 1 ਤੋਂ ਤਾਂ ਗ੍ਰੇਟਰ ਹੀ ਹੈ। ਤਾਂ ਆਹ ਕੰਡੀਸ਼ਨ ਜਿਹੜੀ ਕਹਿੰਦੀ ਹੈ ਵੀ x ਜਿਹੜਾ 1 ਤੋਂ ਗ੍ਰੇਟਰ ਹੋਣਾ ਚਾਹੀਦਾ, ਉਹ ਆਪਣੀ ਅਪਲਾਈ ਹੁੰਦੀ ਹੈ 4x³ - 3x ਫੰਕਸ਼ਨ ਜਦੋਂ ਅਸੀਂ ਲੈਂਦੇ ਉਦੋਂ। ਤਾਂ ਰਾਈਟ ਹੈਂਡ ਸਾਈਡ ਦੇ ਕੇਸ 'ਚ ਅਸੀਂ ਲਿੱਤਾ 4x³ - 3x। ਵੈਲਿਊ ਸਬਸਟੀਟਿਊਟ ਕਰਾਂਗੇ, ਹੁਣ ਇੱਥੇ x ਦੀ ਵੈਲਿਊ ਭਰਾਂਗੇ 1 + h ਤੇ ਲਿਮਿਟ ਕੀ ਹੈ ਆਪਣੀ h ਅਪਰੋਚਿਸ ਟੂ 0 ਹੋ ਜਾਊਗੀ। ਜਦੋਂ x ਅਪਰੋਚ ਕਰੂਗਾ 1 ਨੂੰ, h ਅਪਰੋਚ ਕਰੂਗਾ 0 ਨੂੰ। ਤਾਂ ਇੱਥੇ ਆ ਜੂ ਰਾਜੇ 4x³ ਦਾ ਮਤਲਬ ਹੈ ਆਪਣੇ ਕੋਲ 1 + h ਦਾ ਹੋਲ ਕਿਊਬ -3 × 1 + h ਦੇ। h ਦੀ ਵੈਲਿਊ 0 ਸਬਸਟੀਟਿਊਟ ਕਰਾਂਗੇ ਤਾਂ ਆਪਣੇ ਕੋਲ ਆ ਜੂ 4, ਇੱਥੇ 1 -3 ਇੱਥੇ 1, ਤਾਂ ਆਪਣਾ ਆਨਸਰ ਕਿੰਨਾ ਆ ਗਿਆ 1 ਆ ਗਿਆ। ਤਾਂ ਆਪਾਂ ਇੱਥੇ ਦੇਖਦੇ ਹਾਂ ਜੀ ਸਾਡੀ ਜਿਹੜੀ ਲੈਫਟ ਹੈਂਡ ਲਿਮਿਟ ਹੈ ਉਹ ਬਰਾਬਰ ਕਿਹਦੇ ਆ ਗਈ ਰਾਈਟ ਹੈਂਡ ਲਿਮਿਟ ਦੀ। ਤਾਂ ਆਪਾਂ ਕੀ ਕਵਾਂਗੇ, ਜਿਹੜਾ ਫੰਕਸ਼ਨ ਹੈ ਆ ਗਿਵਨ ਫੰਕਸ਼ਨ ਆਪਣੇ ਕੋਲ ਇਹ ਕੀ ਕਰੂਗਾ ਐਗਜ਼ਿਸਟ ਕਰੂਗਾ ਇਹਦੀ ਲਿਮਿਟ ਦੀ ਅਗਰ ਗੱਲ ਕਰੀਏ ਤਾਂ ਥਰਡ ਟਾਈਪ ਜਿਹੜੀ ਸੀ ਸਾਡੀ ਉਹ ਸੀ ਬ੍ਰੇਕਅਪ ਫੰਕਸ਼ਨ। ਨੈਕਸਟ ਹੈ ਸਾਡੇ ਕੋਲ ਰੂਲ ਨੰਬਰ 2। ਰੂਲ ਨੰਬਰ 2 ਅਸੀਂ ਯੂਜ਼ ਕਰਦੇ ਹਾਂ ਅਦਰ ਟਾਈਪ ਆਫ ਫੰਕਸ਼ਨਸ ਦੀ ਲਿਮਿਟ ਪਤਾ ਕਰਨ ਵਾਸਤੇ। ਰੂਲ ਨੰਬਰ 1 ਦੇ ਵਿੱਚ ਅਸੀਂ ਪਤਾ ਕੀਤਾ ਗ੍ਰੇਟੈਸਟ ਇੰਟੀਜਰ ਫੰਕਸ਼ਨ ਦੀ ਲਿਮਿਟ, ਮੋਡੂਲਸ ਫੰਕਸ਼ਨ ਦੀ ਲਿਮਿਟ,
ਤੇ ਬ੍ਰੇਕਾ ਫੰਕਸ਼ਨ ਦੀ ਲਿਮਿਟ। ਰੂਲ ਨੰਬਰ 2 ਦੇ ਵਿੱਚ ਅਸੀਂ ਪੜਾਂਗੇ ਅਦਰ ਟਾਈਪਸ ਆਫ ਫੰਕਸ਼ਨ ਦੀ ਲਿਮਿਟ ਕਿਵੇਂ ਪਤਾ ਕਰਨੀ ਹੈ। ਤਾਂ ਸਭ ਤੋਂ ਪਹਿਲਾ ਸਟੈਪ ਕੀ ਹੋਵੇਗਾ, x ਦੀ ਜਗ੍ਹਾ ਤੇ ਅਸੀਂ a ਪੁੱਟ ਕਰ ਦੇਣਾ ਹੈ। ਸਾਡੇ ਕੋਲ ਲਿਮਿਟ x ਅਪਰੋਚਿਸ ਟੂ a f ਆਫ x ਦੇ ਰੱਖਿਆ। ਇੱਥੇ ਫੰਕਸ਼ਨ ਜਿਹੜਾ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੋਊਗਾ ਜਿਸ ਨੂੰ ਅਸੀਂ fx ਦੀ ਜਗ੍ਹਾ ਪੁੱਟ ਕਰਾਂਗੇ, a ਦੀ ਵੈਲਿਊ ਸਾਨੂੰ ਅਲੱਗ-ਅਲੱਗ ਡਿਫਰੈਂਟ ਗਿਵਨ ਹੋਵੇਗੀ। ਜਦੋਂ ਸਭ ਤੋਂ ਪਹਿਲਾਂ ਅਸੀਂ a ਨੂੰ x ਦੀ ਜਗ੍ਹਾ ਤੇ a ਪੁੱਟ ਕੀਤਾ ਤਾਂ ਇੱਥੇ ਆਪਣੇ ਕੋਲ ਫੰਕਸ਼ਨ ਦੀ ਵੈਲਿਊ ਆ ਜਾਊਗੀ। ਦੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਹੈ ਫੰਕਸ਼ਨ ਦੀ ਵੈਲਿਊ, ਇੱਕ ਹੁੰਦੀ ਹੈ ਫੰਕਸ਼ਨ ਦੀ ਲਿਮਿਟ। ਦੋਨੇ ਚੀਜ਼ਾਂ ਜਿਹੜੀਆਂ ਨੇ ਉਹ ਮਿਕਸ ਕਰ ਦਿੰਦੇ ਆ ਅਸੀਂ ਅਕਸਰ ਕੁਐਸਚਨ ਨੂੰ ਸੋਲਵ ਕਰਨ ਲਈ, ਲੇਕਿਨ ਉਹ ਮਿਕਸ ਨਹੀਂ ਕਰਨੀਆਂ। ਦੋਨੇ ਅਲੱਗ-ਅਲੱਗ ਕੰਸੈਪਟ ਨੇ, ਦੋਨਾਂ ਦੇ ਬਾਰੇ ਸਪੈਸ਼ਲ ਵੀਡੀਓ ਮੈਂ ਬਣਾਉਂਗਾ ਕਿ ਫੰਕਸ਼ਨ ਦੀ ਵੈਲਿਊ ਤੇ ਫੰਕਸ਼ਨ ਦੀ ਲਿਮਿਟ ਇਹ ਕਿਵੇਂ ਪਤਾ ਕਰਦੇ ਨੇ, ਕੀ ਇਹਨਾਂ 'ਚ ਡਿਫਰੈਂਸ ਹੁੰਦਾ ਹੈ ਤੇ ਕਦੋਂ ਇਹ ਸੇਮ ਹੁੰਦੀਆਂ ਨੇ ਉਹ ਤਾਂ ਅਸੀਂ ਹੁਣ ਹੀ ਦੇਖ ਲੈਂਦੇ ਹਾਂ। ਤਾਂ ਜਦੋਂ ਅਸੀਂ x ਦੀ ਵੈਲਿਊ a ਪੁੱਟ ਕਰ ਦਿੱਤੀ, ਅਸੀਂ f ਆਫ a ਮਤਲਬ ਫੰਕਸ਼ਨ ਦੀ ਵੈਲਿਊ ਪਤਾ ਕਰ ਲੈਣੀ ਹੈ। ਹੁਣ ਜਿਹੜੀ ਉਹ ਵੈਲਿਊ ਆਊਗੀ ਤਾਂ ਇੱਥੋਂ ਆਪਣੇ ਕੋਲ ਦੋ ਕੇਸ ਬਣਦੇ ਆ, ਕੇਸ 1 ਤੇ ਇਹ ਆਪਣੇ ਕੋਲ ਕੇਸ ਨੰਬਰ 2 ਬਣਦਾ। ਕੇਸ 1 ਦੀ ਗੱਲ ਕਰੀਏ ਤਾਂ ਜਿਹੜੀ ਆਪਣੇ ਕੋਲ ਫੰਕਸ਼ਨ ਦੀ ਵੈਲਿਊ ਆਈ ਹੈ ਉਹ ਯੂਨੀਕ ਆਉਣੀ ਚਾਹੀਦੀ ਹੈ ਤੇ ਫਾਈਨਾਈਟ ਆਉਣੀ ਚਾਹੀਦੀ ਹੈ। ਤਾਂ ਆਪਾਂ ਕਹਾਂਗੇ ਕਿ ਲਿਮਿਟ ਐਗਜ਼ਿਸਟ ਕਰੇਗੀ ਅਤੇ ਜਿਹੜੀ ਲਿਮਿਟ ਹੋਵੇਗੀ ਉਹਦੀ ਫੰਕਸ਼ਨ ਦੀ ਲਿਮਿਟ ਹੋਵੇਗੀ ਉਹ ਬਰਾਬਰ ਹੋਵੇਗੀ ਫੰਕਸ਼ਨ ਦੀ ਵੈਲਿਊ ਦੇ। ਇਹ ਤਾਂ ਆਪਣੇ ਕੋਲ ਕੇਸ 1 ਹੈ। ਦੋ ਚੀਜ਼ਾਂ ਧਿਆਨ ਰੱਖਣੀਆਂ, ਜਦੋਂ ਅਸੀਂ x ਦੀ ਜਗ੍ਹਾ ਤੇ a ਪੁੱਟ ਕਰਤਾ ਤਾਂ ਸਾਡੇ ਕੋਲ ਫੰਕਸ਼ਨ ਦੀ ਵੈਲਿਊ ਆ ਗਈ। ਫੰਕਸ਼ਨ ਦੀ ਜਿਹੜੀ ਵੈਲਿਊ ਆ ਗਈ ਉਹ ਯੂਨੀਕ ਹੋਣਾ ਚਾਹੀਦੀ ਹੈ। ਯੂਨੀਕ ਦਾ ਮਤਲਬ ਹੁੰਦਾ ਫਿਕਸਡ ਹੋਣੀ ਚਾਹੀਦੀ ਹੈ। ਤੇ ਦੂਸਰੀ ਗੱਲ ਕੀ ਹੈ, ਫਾਈਨਾਈਟ ਹੋਣੀ ਚਾਹੀਦੀ ਹੈ। ਇਹ ਦੋਨੇ ਅਗਰ ਗੱਲਾਂ ਮਿਲ ਗਈਆਂ ਇਸ ਫੰਕਸ਼ਨ ਦੀ ਵੈਲਿਊ ਦੇ ਵਿੱਚ ਤਾਂ ਆਪਾਂ ਕਹਾਂਗੇ ਜੀ ਫੰਕਸ਼ਨ ਦੀ ਲਿਮਿਟ ਐਗਜ਼ਿਸਟ ਕਰਦੀ ਹੈ। ਤੇ ਜੇ ਅਸੀਂ ਲਿਮਿਟ ਦੀ ਗੱਲ ਕਰੀਏ ਉਹ ਬਰਾਬਰ ਹੋਵੇਗੀ ਫੰਕਸ਼ਨ ਦੀ ਵੈਲਿਊ ਦੇ। ਇਹ ਆਪਣੇ ਕੋਲ ਕੇਸ ਨੰਬਰ 1 ਹੈ। ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਸਪੋਜ਼ ਸਾਡੇ ਕੋਲ ਕਹਿੰਦੇ ਲਿਮਿਟ x ਅਪਰੋਚਿਸ ਟੂ 2 x ਸਕੁਏਅਰ ਪਲੱਸ 4 ਦੇ ਰੱਖਿਆ। ਆਪਾਂ ਨੂੰ ਕੋਈ ਪੋਲੀਨੋਮੀਅਲ ਦੇ ਰੱਖਿਆ x ਸਕੁਏਅਰ ਪਲੱਸ 4, x ਅਪਰੋਚਿਸ ਟੂ 2। ਇਹ ਗਲਤ ਲਿਖਿਆ ਗਿਆ, ਇੱਥੇ 2 ਹੈ। ਉਸ ਤੋਂ ਬਾਅਦ ਜੀ ਆਪਾਂ ਹੁਣ ਕੀ ਕਰਾਂਗੇ, ਸਭ ਤੋਂ ਪਹਿਲਾਂ ਕਿਉਂਕਿ ਸਾਨੂੰ ਪਤਾ ਇਹ ਨਾ ਤਾਂ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੈ, ਨਾ ਹੀ ਇਹ ਬ੍ਰੇਕਅਪ ਫੰਕਸ਼ਨ ਹੈ ਤੇ ਨਾ ਹੀ ਮੋਡੂਲਸ ਫੰਕਸ਼ਨ ਹੈ। ਤਾਂ ਸਭ ਤੋਂ ਪਹਿਲਾਂ ਸਟੈਪ ਕੀ ਹੋਊਗਾ, ਅਸੀਂ x ਦੀ ਜਗ੍ਹਾ ਤੇ 2 ਪੁੱਟ ਕਰਾਂਗੇ। ਜਦੋਂ ਅਸੀਂ x ਦੀ ਜਗ੍ਹਾ ਤੇ 2 ਪੁੱਟ ਕੀਤਾ ਤਾਂ ਸਾਡੇ ਕੋਲ fx ਕਿੰਨਾ ਦੇ ਰੱਖਿਆ, ਪਹਿਲਾਂ ਕੁਐਸਚਨ ਦੇ ਵਿੱਚ ਉਹ ਦੇ ਰੱਖਿਆ x ਸਕੁਏਅਰ ਪਲੱਸ 4। ਹੁਣ ਅਸੀਂ ਕੀ ਕਰਾਂਗੇ, x ਦੀ ਜਗ੍ਹਾ ਤੇ 2 ਪੁੱਟ ਕੀਤਾ ਤਾਂ f ਆਫ 2 ਕਿੰਨਾ ਆ ਗਿਆ, 2 ਸਕੁਏਅਰ ਪਲੱਸ 4। ਤਾਂ 4 ਪਲੱਸ 4 ਆਪਣੇ ਕੋਲ ਕਿੰਨਾ ਆ ਗਿਆ, 8 ਆ ਗਿਆ। ਤਾਂ ਫੰਕਸ਼ਨ ਦੀ ਜਿਹੜੀ ਆਪਣੇ ਕੋਲ ਵੈਲਿਊ ਕਿੰਨੀ ਆ ਗਈ, 8 ਆ ਗਈ। ਹੁਣ 8 ਜੋ ਹੈ ਉਹ ਫਿਕਸਡ ਵੈਲਿਊ ਹੈ, ਯੈਸ ਯੂਨੀਕ ਵੈਲਿਊ ਹੈ। 8 ਜੋ ਹੈ ਆਪਣੇ ਕੋਲ ਫਾਈਨਾਈਟ ਵੈਲਿਊ ਹੈ, ਯੈਸ ਫਾਈਨਾਈਟ ਵੈਲਿਊ ਹੈ। ਇਹਦਾ ਮਤਲਬ ਆਪਣੇ ਕੋਲ ਲਿਮਿਟ ਜਿਹੜੀ ਹੈ x ਅਪਰੋਚਿਸ ਟੂ 2 x ਸਕੁਏਅਰ ਪਲੱਸ 4 ਇਹ ਕੀ ਕਰੂਗੀ, ਐਗਜ਼ਿਸਟ ਕਰੂਗੀ। ਕਈ ਵਾਰ ਕੀ ਹੁੰਦਾ ਰਾਜੇ, ਤੁਹਾਨੂੰ ਸਿਰਫ ਇੰਨਾ ਪੁੱਛਿਆ ਜਾਂਦਾ ਕਿ ਦੱਸੋ ਲਿਮਿਟ ਐਗਜ਼ਿਸਟ ਕਰੂਗੀ ਕਿ ਨਹੀਂ ਕਰੂਗੀ। ਤਾਂ ਜੇ ਤੁਹਾਨੂੰ ਇੰਨਾ ਪੁੱਛਿਆ ਵੀ ਲਿਮਿਟ ਐਗਜ਼ਿਸਟ ਕਰੂਗੀ ਕਿ ਨਹੀਂ ਕਰੂਗੀ ਤਾਂ ਤੁਸੀਂ ਇੱਥੇ ਜਿਹੜਾ ਤੁਹਾਡਾ ਆਨਸਰ ਆ ਜਾਏਗਾ। ਪਰ ਅਸੀਂ ਕੀ ਕਰਨਾ ਹੈ, ਅਸੀਂ ਵੈਲਿਊ ਕੱਢਣੀ ਹੈ ਲਿਮਿਟ ਦੀ ਵੈਲਿਊ ਕੱਢਣ ਵਾਸਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਫੰਕਸ਼ਨ ਦੀ ਵੈਲਿਊ ਹੋਊਗੀ ਉਹੀ ਲਿਮਿਟ ਹੋਵੇਗੀ ਉਸ ਫੰਕਸ਼ਨ ਦੀ। ਤਾਂ ਫੰਕਸ਼ਨ ਦੀ ਵੈਲਿਊ ਕਿੰਨੀ ਆਈ, 8। ਤਾਂ ਇਹਦਾ ਮਤਲਬ ਲਿਮਿਟ x ਅਪਰੋਚਿਸ ਟੂ 2 x ਸਕੁਏਅਰ ਪਲੱਸ 4 ਬਰਾਬਰ ਕਿਹਦੇ ਆ ਜੂ, 8 ਦੇ। ਤਾਂ ਵੈਲਿਊ ਤੇ ਲਿਮਿਟ ਇਸ ਕੇਸ ਦੇ ਵਿੱਚ ਸੇਮ ਨੇ, ਲੇਕਿਨ ਜ਼ਰੂਰੀ ਨਹੀਂ ਵੀ ਹਰ ਕੇਸ ਦੇ ਵਿੱਚ ਵੈਲਿਊ ਤੇ ਲਿਮਿਟ ਸੇਮ ਹੋਣ। ਸੈਕਿੰਡ ਕੇਸ ਕੀ ਹੈ ਸਾਡੇ ਕੋਲ, ਸਟੈਪ 1 ਤਾਂ ਸਾਡਾ ਸੇਮ ਹੀ ਹੋਊਗਾ। ਜਦੋਂ ਅਸੀਂ ਕੇਸ 2 ਦੀ ਗੱਲ ਕਰੀਏ, ਸਟੈਪ 1 ਕੀ ਹੋਊਗਾ, x ਦੀ ਜਗ੍ਹਾ ਤੇ a ਪੁੱਟ ਕਰਨਾ ਤੇ ਫੰਕਸ਼ਨ ਦੀ ਜਿਹੜੀ ਵੈਲਿਊ ਫਾਈਂਡ ਆਊਟ ਕਰ ਲੈਣੀ ਹੈ। ਹੁਣ ਸਪੋਜ਼ ਰਜੇ ਫੰਕਸ਼ਨ ਦੀ ਵੈਲਿਊ ਜਿਹੜੀ ਆ ਆਪਣੇ ਕੋਲ ਉਹ ਕੀ ਆ ਗਈ, ਇਨਡਿਟਰਮੀਨੇਟ ਆ ਗਈ। ਐਗਜ਼ਾਮਪਲ ਦੇ ਨਾਲ ਸਮਝਦੇ, ਇੱਦਾਂ ਮਜ਼ਾ ਨਹੀਂ ਆਉਣਾ। ਸਾਨੂੰ ਕਹਿੰਦੇ ਲਿਮਿਟ x ਜਿਹੜਾ ਹੈ ਅਪਰੋਚ ਕਰ ਰਿਹਾ ਇਨਫਿਨਿਟੀ ਨੂੰ, ਸਾਈਨ x ਫੰਕਸ਼ਨ ਦੇ ਰੱਖਿਆ। ਹੁਣ ਇੱਥੇ ਫੰਕਸ਼ਨ ਕਿੰਨਾ ਦੇ ਰੱਖਿਆ, ਸਾਈਨ x, ਤੇ ਆਪਣੇ ਕੋਲ a ਦੀ ਵੈਲਿਊ ਕਿੰਨੀ ਦੇ ਰੱਖੀ ਹੈ, ਇਨਫਿਨਿਟੀ ਦੇ ਰੱਖੀ ਹੈ। ਜਦੋਂ ਅਸੀਂ a ਦੀ ਵੈਲਿਊ x ਦੀ ਜਗ੍ਹਾ ਤੇ ਭਰਾਂਗੇ ਤਾਂ ਆਪਣੇ ਕੋਲ ਆ ਜੂ f ਆਫ a, ਮੈਂ ਡਾਇਰੈਕਟ ਲਿਖ ਰਿਹਾ, ਸਾਈਨ x ਦੀ ਜਗ੍ਹਾ ਤੇ ਭਰਾਂਗੇ ਇਨਫਿਨਿਟੀ। ਸਾਈਨ ਇਨਫਿਨਿਟੀ ਸਾਡੇ ਕੋਲ ਫਾਈਨਾਈਟ ਟਰਮ ਹੈ, ਤਾਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਈਨ ਇਨਫਿਨਿਟੀ ਦੇ ਬਰਾਬਰ ਹੈ। ਨਹੀਂ ਜੀ, ਸਾਈਨ ਇਨਫਿਨਿਟੀ ਨਹੀਂ ਹੋ ਸਕਦਾ, ਕਿਉਂਕਿ ਸਾਈਨ ਦੀ ਜਿਹੜੀ ਵੈਲਿਊ ਹੈ ਉਹ -1 ਤੇ 1 ਦੇ ਵਿੱਚ ਲਾਈ ਕਰਦੀ ਹੈ। ਕਦੇ ਵੀ ਸਾਈਨ ਇਨਫਿਨਿਟੀ ਨਾ ਲਿਖਿਓ, ਗਲਤ ਹੋ ਜਾਊਗਾ। ਕਿਉਂਕਿ ਰਾਜੇ ਕਿਵੇਂ ਹੋ ਸਕਦੀ ਹੈ ਇਨਫਿਨਿਟੀ, ਸਾਈਨ ਇਨਫਿਨਿਟੀ ਦੀ ਵੈਲਿਊ ਇਨਫਿਨਿਟੀ ਕਿਵੇਂ ਹੋ ਸਕਦੀ ਹੈ, ਉਹਦੀ ਵੈਲਿਊ ਤਾਂ -1 ਤੇ 1 ਦੇ ਵਿੱਚ ਲਾਈ ਕਰਦੀ ਹੈ। ਤਾਂ ਸਾਈਨ ਇਨਫਿਨਿਟੀ ਜੋ ਹੈ ਉਹ ਆਪਣੇ ਕੋਲ ਫਾਈਨਾਈਟ ਵੈਲਿਊ ਹੈ। ਇਹ ਤਾਂ ਆਪਣੇ ਕੋਲ ਆਹ ਕਲੀਅਰ ਹੋ ਗਿਆ ਕਿ ਫਾਈਨਾਈਟ ਹੈ। ਲੇਕਿਨ ਗੱਲ ਕਰੀਏ ਵੀ ਇਹਦੀ ਜਿਹੜੀ ਵੈਲਿਊ ਹੈ ਉਹ ਯੂਨੀਕ ਨਹੀਂ, ਫਿਕਸ ਨਹੀਂ। ਕਿਉਂ, ਕਿਉਂਕਿ -1 ਤੇ 1 ਦੇ ਵਿੱਚ ਕੁਝ ਵੀ ਹੋ ਸਕਦੀ ਹੈ। ਤਾਂ ਇਸ ਲਈ ਜਿਹੜੀ ਆਪਣੀ ਯੂਨੀਕਨੈਸ ਹੈ ਉਹ ਸਾਈਨ ਇਨਫਿਨਿਟੀ ਵਾਲੇ ਕੇਸ ਦੇ ਵਿੱਚ ਫੁੱਲਫਿਲ ਨਹੀਂ ਹੁੰਦੀ। ਇਸੇ ਕਰਕੇ ਇਹਨੂੰ ਇਨਡਿਟਰਮੀਨੇਟ ਫਾਰਮ ਬੋਲਦੇ ਆ।
ਕਿ ਜਦੋਂ ਆਪਣੇ ਕੋਲ ਇਨਡਿਟਰਮੀਨੇਟ ਫਾਰਮ ਆ ਜੇ ਉਦੋਂ ਆਪਾਂ ਕਹਾਂਗੇ ਵੀ ਲਿਮਿਟ ਐਗਜ਼ਿਸਟ ਨਹੀਂ ਕਰਦੀ। ਤੇ ਜੇ ਲਿਮਿਟ ਐਗਜ਼ਿਸਟ ਨਹੀਂ ਕਰਦੀ ਤਾਂ ਉਹਨੂੰ ਲਿਮਿਟ ਨੂੰ ਕੱਢਣ ਦੇ ਅਲੱਗ-ਅਲੱਗ ਮੈਥਡ ਨੇ ਜਿਨ੍ਹਾਂ ਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਡਿਸਕਸ ਕਰਾਂਗੇ। ਉਹ ਅਲੱਗ-ਅਲੱਗ ਇਨਡਿਟਰਮੀਨੇਟ ਫਾਰਮ ਕਿਹੜੀਆਂ ਨੇ, 0/0/0, ਇਨਫਿਨਿਟੀ 0 ਇੰਟੂ ਇਨਫਿਨਿਟੀ, ਤੇ ਆਪਣੇ ਕੋਲ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ, 0 ਦੀ ਪਾਵਰ ਇਨਫਿਨਿਟੀ ਫਾਰਮ, ਇਨਫਿਨਿਟੀ ਦੀ ਪਾਵਰ 0 ਫਾਰਮ, 1 ਦੀ ਪਾਵਰ ਇਨਫਿਨਿਟੀ ਫਾਰਮ। ਇਹ ਇਨਡਿਟਰਮੀਨੇਟ ਫਾਰਮ ਅਸਲ ਦੇ ਵਿੱਚ ਹੁੰਦੀ ਕੀ ਹੈ? ਇਨਡਿਟਰਮੀਨੇਟ ਫਾਰਮ ਦੇ ਪਤਾ ਕਿਵੇਂ ਕਰੀਏ ਵੀ ਇਹ ਇਨਡਿਟਰਮੀਨੇਟ ਫਾਰਮ ਕਿਹਾ ਜਾਂਦਾ ਜਾਂ ਹੁੰਦਾ ਕੀ ਹੈ। ਤੁਸੀਂ ਅਗਰ ਦੇਖੋ ਕਿ 0 ਨੂੰ ਅਗਰ ਅਸੀਂ 1 ਨਾਲ ਮਲਟੀਪਲਾਈ ਕਰੀਏ ਤਾਂ 0 ਆਉਂਦਾ, 0 ਨੂੰ ਅਸੀਂ 2 ਨਾਲ ਮਲਟੀਪਲਾਈ ਕਰੀਏ 0 ਆਉਂਦਾ, 0 ਨੂੰ ਅਸੀਂ 43 ਨਾਲ ਮਲਟੀਪਲਾਈ ਕਰੀਏ 0 ਆਉਂਦਾ। ਉਸੇ ਤਰ੍ਹਾਂ ਹੀ ਇਨਫਿਨਿਟੀ ਨੂੰ ਅਗਰ ਪੋਜ਼ੀਟਿਵ ਨਾਲ ਮਲਟੀਪਲਾਈ ਕਰਾਂਗੇ ਤਾਂ ਇਨਫਿਨਿਟੀ ਹੀ ਆਊਗਾ, ਪੋਜ਼ੀਟਿਵ ਇੰਟੀਜਰ ਨਾਲ ਮਲਟੀਪਲਾਈ ਕਰਾਂਗੇ ਤਾਂ ਇਨਫਿਨਿਟੀ ਆਊਗਾ। ਇਨਫਿਨਿਟੀ ਨੂੰ 43 ਨਾਲ ਮਲਟੀਪਲਾਈ ਕਰੋਗੇ ਇਨਫਿਨਿਟੀ ਆ ਜਾਊ, ਇਨਫਿਨਿਟੀ ਨੂੰ 2 ਨਾਲ ਮਲਟੀਪਲਾਈ ਕਰੋਗੇ ਇਨਫਿਨਿਟੀ ਆ ਜਾਊ, ਠੀਕ ਹੈ ਜੀ। ਲੇਕਿਨ ਅਸੀਂ ਅਗਰ 0 ਨੂੰ ਮਲਟੀਪਲਾਈ ਕਰੀਏ ਇਨਫਿਨਿਟੀ ਦੇ ਨਾਲ ਤਾਂ ਹੁਣ 0 ਕਹਿੰਦਾ ਜਿਹੜੀ ਚੀਜ਼ ਮੇਰੇ ਨਾਲ ਮਲਟੀਪਲਾਈ ਹੋਊਗੀ ਉਹ ਤਾਂ ਬਰਾਬਰ ਹੋਊਗੀ 0 ਦੇ, ਲੇਕਿਨ ਇਨਫਿਨਿਟੀ ਕਹਿੰਦਾ ਰੁਕ ਜਾਓ, ਮੇਰੇ ਨਾਲ ਜਿਹੜੀ ਚੀਜ਼ ਮਲਟੀਪਲਾਈ ਹੋਊਗੀ ਉਹ ਇਨਫਿਨਿਟੀ ਦੇ ਬਰਾਬਰ ਹੋਊਗੀ। ਤਾਂ ਹੁਣ ਇੱਥੇ ਦੋ ਵੈਲਿਊਜ਼ ਆ ਗਈਆਂ, ਦੋ ਆਪਣੇ ਕੋਲ ਕਨਫਿਊਜ਼ਨ ਕ੍ਰੀਏਟ ਹੋ ਗਈ ਵੀ 0 ਇੰਟੂ ਇਨਫਿਨਿਟੀ 0 ਦੇ ਬਰਾਬਰ ਹੈ ਜਾਂ ਫਿਰ ਇਨਫਿਨਿਟੀ ਦੇ ਬਰਾਬਰ ਹੈ। ਤਾਂ ਇੱਥੇ ਆਪਾਂ ਡਿਟਰਮਾਈਨ ਨਹੀਂ ਕਰ ਸਕਦੇ ਵੀ 0 ਇੰਟੂ ਇਨਫਿਨਿਟੀ ਕਿਹਦੇ ਬਰਾਬਰ ਹੋਊਗੀ, ਤਾਂ ਇਸ ਨੂੰ ਬੋਲਦੇ ਆ ਇਨਡਿਟਰਮੀਨੇਟ ਫਾਰਮ। ਤਾਂ ਇਹਨਾਂ ਇਨਡਿਟਰਮੀਨੇਟ ਫਾਰਮ ਦੀ ਜਿਹੜੀ ਵੈਲਿਊ ਹੈ ਉਹ ਅਸੀਂ ਫਾਈਂਡ ਆਊਟ ਕਰਾਂਗੇ ਵੇਰੀਅਸ ਮੈਥਡ ਦੇ ਨਾਲ। ਜਿਹੜਾ ਸਾਡਾ ਲੈਕਚਰ 3 ਹੋਊਗਾ ਉਸ 'ਚ ਸਾਰੇ ਮੈਥਡ ਡਿਸਕਸ ਕਰਾਂਗੇ। ਇਸ ਦੇ ਵਿੱਚ ਹੁਣ ਕੀ ਆਪਣੇ ਕੋਲ 2 ਰੂਲ ਸੀਗੇ, ਸਮਰੀ ਪੜ੍ਹ ਲੈਂਦੇ ਆਪਾਂ, ਕੀ ਰਿਵਾਈਜ਼ ਕਰ ਲੈਂਦੇ ਹਾਂ ਜਲਦੀ ਕਿ ਰੂਲ 1 ਸੀ। ਰੂਲ 1 ਦੇ ਵਿੱਚ ਅਸੀਂ GIF, ਮੋਡੂਲਸ ਅਤੇ ਬ੍ਰੇਕਅਪ ਫੰਕਸ਼ਨ ਨੂੰ ਫਾਈਂਡ ਆਊਟ ਕੀਤਾ ਸੀ ਲਿਮਿਟ ਨੂੰ, ਅਤੇ ਰੂਲ 2 ਦੇ ਵਿੱਚ ਅਸੀਂ ਫਾਈਂਡ ਕੀਤਾ ਸੀ ਅਦਰ ਟਾਈਪ ਆਫ ਫੰਕਸ਼ਨ ਦੇ ਲਈ। ਰੂਲ 1 ਸੀ ਅਸੀਂ ਉਹਦੇ ਵਿੱਚ ਕਿਹਾ ਵੀ ਲੈਫਟ ਹੈਂਡ ਲਿਮਿਟ ਅਤੇ ਰਾਈਟ ਹੈਂਡ ਲਿਮਿਟ ਪਤਾ ਕਰ ਲਓ, ਅਤੇ ਤੁਸੀਂ ਉਹ ਅਗਰ ਇਕੁਅਲ ਆਉਂਦੀਆਂ ਨੇ ਤਾਂ ਲਿਮਿਟ ਐਗਜ਼ਿਸਟ ਕਰੇਗੀ, ਨਹੀਂ ਤਾਂ ਲਿਮਿਟ ਐਗਜ਼ਿਸਟ ਨਹੀਂ ਕਰੇਗੀ। ਅਤੇ ਰੂਲ 2 ਕੀ ਸੀ ਸਾਡੇ ਕੋਲ, ਉਸ ਦੇ ਵਿੱਚ ਅਸੀਂ ਸਟੈਪਸ ਦੇ ਵਿੱਚ ਡਿਵਾਈਡ ਕੀਤਾ। ਸਟੈਪ 1 ਕੀ ਸੀ, x ਦੀ ਜਗ੍ਹਾ 'ਤੇ a ਪੁੱਟ ਕਰ ਦਿਓ, ਫਿਰ ਉਸ ਤੋਂ ਵੈਲਿਊ ਫਾਈਂਡ ਆਊਟ ਕਰ ਲਓ ਉਸ ਫੰਕਸ਼ਨ ਦੀ। ਜੇ ਉਸ ਫੰਕਸ਼ਨ ਦੀ ਵੈਲਿਊ ਫਾਈਨਾਈਟ ਆ ਗਈ ਅਤੇ ਯੂਨੀਕ ਆ ਗਈ ਤਾਂ ਲਿਮਿਟ ਐਗਜ਼ਿਸਟ ਕਰ ਜੂਗੀ, ਅਤੇ ਲਿਮਿਟ ਦੀ ਵੈਲਿਊ ਫੰਕਸ਼ਨ ਦੀ ਵੈਲਿਊ ਦੇ ਬਰਾਬਰ ਹੋਊਗੀ। ਲੇਕਿਨ ਕੇਸ 2 ਕਹਿੰਦਾ ਹੈ ਕਿ ਅਗਰ ਜੇ ਮੰਨ ਲਓ ਤੁਹਾਡੀ ਵੈਲਿਊ ਫਾਈਨਾਈਟ ਆ ਗਈ ਪਰ ਯੂਨੀਕ ਨਹੀਂ ਆਈ, ਜਾਂ ਫਿਰ ਯੂਨੀਕ ਆ ਗਈ ਪਰ ਫਾਈਨਾਈਟ ਨਹੀਂ ਆਈ, ਤਾਂ ਆਪਾਂ ਕਹਾਂਗੇ ਵੀ ਉਹ ਕੀ ਹੈ, ਇਨਡਿਟਰਮੀਨੇਟ ਫਾਰਮ ਹੈ, ਜਿਸ ਨੂੰ ਫਾਈਂਡ ਆਊਟ ਕਰਨ ਲਈ ਅਸੀਂ ਵੇਰੀਅਸ ਮੈਥਡ ਪੜ੍ਹਾਂਗੇ। ਤਾਂ ਇਹ ਸੀ ਆਪਣਾ ਲੈਕਚਰ ਨੰਬਰ 2। ਨੈਕਸਟ ਜੋ ਹੋਗਾ ਲੈਕਚਰ 3 ਦੇ ਵਿੱਚ ਅਸੀਂ ਫਾਈਂਡ ਆਊਟ ਕਰਾਂਗੇ ਵੇਰੀਅਸ ਮੈਥਡ ਆਫ ਲਿਮਿਟ ਨੂੰ ਫਾਈਂਡ ਆਊਟ ਕਰਨ ਦੀ। ਧੰਨਵਾਦ।